ਆਸਾ ਬੋਲੇ ਸ਼ੇਖ ਫਰੀਦ, ਪਿਆਰੇ ਅੱਲਾ ਲਗੇ ਇਹ ਤਨ ਹੋਸੀ ਖਾਕ, निमाणी गोर घरे। आज मिलावा शेख फरीद, टाकिम कूंजड़ियां मनो मचिंदड़ियां, रहाओ जे जाना मर जाइए, कुम ना आइए, झूठी दुनिया लग ना आप वंजाइए। बोलिए सच धर्म झूठ ना बोलीए, जो गुर दसै वाट मुरीदा झोलीए। छैल लगन दे पार गोरी मन धीरिया, कंचन मन्ने पासे कलवत चीरिया। शेख हयाती जग न कोई थिर रहा, जिस आसन हम बैठे केते बैस गया। कतक कूंजा चेत डौं सामण बिजुलियां, सियाले सोहंदियां पिर गल बाहड़ियां। चले चलन हार विचारा ले मनो, गंढेंदियां छे मां तुड़ंदियां हिक खिनो। जिमी पुछै असमान फरीदा खेवट किन गए, जालन गोरा नाल उलामे जी सहे। वाहिगुरु जी का खालसा, वाहिगुरु जी की फतेह। भगत फरीद जी कितने प्यार नाल सिक्ख्या भी देंदे ने, जाच भी सिखाउंदे ने, जीवन का मकसद भी समझाउंदे ने। ਇਹੋ ਹੀ ਮਹਾਂਪੁਰਖਾਂ ਦਾ ਕੰਮ ਹੈ, ਕਿਉਂਕਿ ਜਿਹੜੇ ਮਹਾਂਪੁਰਖ ਨੇ, ਜਿਹੜੇ ਆਪ ਬੰਦਗੀ ਵਿੱਚ ਜੁੜੇ ਹੋਏ ਨੇ, ਜਿਨ੍ਹਾਂ ਨੇ ਆਪ ਬੰਦਗੀ ਦਾ ਰਸ ਮਾਣਿਆ ਹੈ, ਉਹ ਹਨ ਪਰਉਪਕਾਰੀ। ਉਹਨਾਂ ਵਾਸਤੇ ਬਾਣੀ ਵਿੱਚ ਲਿਖਿਆ, ਭਾਗ ਠੜੀ ਹਰ ਸੰਤ ਤੁਮਾਰੇ, ਭਾਗ ਠੜੇ ਹਰ ਸੰਤ ਤੁਮਾਰੇ, जिन घर धन हर नामा, परवान गणी सेई ए आए, सफल तना के कामा। जन पर उपकारी आए, जन्म मरण दोहू में नाई, जन पर उपकारी आए, जी दान दे भगती लाइन हर स्यों लैन मिलाए। उन्हां दे जीवन का निशाना ही ये हुंदा। तो भगत फरीद जी इस पावन शब्द विच समझाउंदे ने, आज मिलावा शेख फरीद। शेख फरीद दा आज हुणे ही मिलावा मेल मलाप हो सकता। फिर तुसी आखोगे रुकावट की है? कहंदे टाकिम कूंजड़ियां मनो मचिंदड़ियां। इत्थे कूंजड़ियां शब्द जिहड़ा है, ये है इंद्रियां वास्ते, क्योंकि असी इन्हां इंद्रियां दे अधीन होके भटक रहे। बाणी विच वख-वख तरीकिਆਂ ਨਾਲ समझाया। साडा शरीर एक घर है, इस घर दे अंदर बहुत कुछ पिया, पर जे घर दा मालक जाग पवे, जे घर दे पहरेदार जाग पैण ते घर बच सकदा, नहीं तो घर लुटिया पिया। हुण आम बंदियां नूं छेती समझ ही नहीं आती, पर बाणी गुरु जी समझाउंदे हन। आओ मैं तुहानूं दस्सां ये किवें लुटिया जांदा है। आख्या नैनो नींद पर दृष्ट विकार, श्रवण सोए सुन निंद विचार, रसना सोई लोभ मीठे साथ, मन सोया माया बिस्माद। इस ग्रह में कोई जागत रह, साबत वस्त ओ अपनी लह। समझाउण वास्ते
ਗੁਰਬਾਣੀ ਦੇ ਸ਼ਬਦ ਬੜੇ ਹੀ ਸਾਰਥਕ। ਆਖਿਆ ਸਾਡੀਆਂ ਅੱਖਾਂ ਸੌਂ ਗਈਆਂ, ਸਾਡੀ ਰਸਨਾ ਸੌਂ ਗਈ ਹੈ, ਸਾਡੇ ਕੰਨ ਸੌਂ ਗਏ ਨੇ। ਗੱਲ ਕੀ ਜਿਨ੍ਹਾਂ ਨੇ ਸਾਡੀ ਸਹਾਇਤਾ ਕਰਨੀ ਸੀ ਪਹਿਰੇਦਾਰ ਹੀ ਲੁਟੇਰਿਆਂ ਨਾਲ ਰਲ ਗਏ। ਤੋ ਭਗਤ ਜੀ ਕਹਿੰਦੇ ਨੇ ਜੇ ਇਹਨਾਂ ਗੂੰਜੜੀਆਂ ਨੂੰ, ਇਹਨਾਂ ਇੰਦਰੀਆਂ ਨੂੰ ਜਿਹੜੀਆਂ ਮਨ ਨੂੰ ਮਚਾਉਂਦੀਆਂ ਨੇ, ਮਨ ਨੂੰ ਭਟਕਾਉਂਦੀਆਂ ਨੇ, ਮਨ ਨੂੰ ਤਰ੍ਹਾਂ ਤਰ੍ਹਾਂ ਦੇ ਫੁਰਨਿਆਂ ਵਿੱਚ ਫਸਾਉਂਦੀਆਂ ਨੇ, ਜੇ ਇਹ ਰੋਕ ਲਈਆਂ ਜਾਣ ਤੇ ਆਜ ਮਿਲਾਵਾ ਸ਼ੇਖ ਫਰੀਦ ਤਾਕਿਮ ਕੂੰਜੜੀਆਂ। ਤਾਕਿਮ ਦਾ ਮਤਲਬ ਹੈ ਕਾਬੂ ਵਿੱਚ ਆਉਣਾ, ਵਸੀਕਰਨ ਕਰਨਾ। ਕਈ ਵਿਦਵਾਨਾਂ ਨੇ ਤਾਕਿਮ ਦੇ ਅਰਥ ਹੋਰ ਵੀ ਕੀਤੇ, ਪਰ ਉਹਨਾਂ ਅਰਥਾਂ ਨੂੰ ਕਰਕੇ ਮੈਂ ਨਹੀਂ ਚਾਹੁੰਦਾ ਕਿ ਆਪਾਂ ਕਿਸੇ ਉਲਝਣ ਵਿੱਚ ਫਸੀਏ। ਗੱਲ ਬੜੀ ਸਪਸ਼ਟ ਹੈ। ਫਰੀਦ ਜੀ ਕਹਿੰਦੇ ਨੇ ਜੇ ਇਹਨਾਂ ਇੰਦਰੀਆਂ ਨੂੰ ਜਿਹੜੀਆਂ ਸਾਡੇ ਮਨ ਨੂੰ ਮਚਾਉਂਦੀਆਂ ਨੇ, ਭਟਕਾਉਂਦੀਆਂ ਨੇ, ਦੜਾਉਂਦੀਆਂ ਨੇ, ਇਹ ਰੁਕ ਜਾਣ ਤੇ ਆਜ ਮਿਲਾਵਾ ਸ਼ੇਖ ਫਰੀਦ ਤਾਕਿਮ ਕੂੰਜੜੀਆਂ ਮਨੋ ਮਚਿੰਦੜੀਆਂ। ਤੋ ਇਹ ਸਾਨੂੰ ਸੇਧ ਮਿਲ ਗਈ। ਇਹ ਸ਼ਬਦ ਦੀ ਰਹਾਉ ਦੀ ਪੰਕਤੀ ਹੈ। ਇਹ ਮੇਰੇ ਲਈ, ਤੁਹਾਡੇ ਲਈ, ਹਰ ਜਗਿਆਸੂ ਲਈ ਹੈ। ਇਸੇ ਲਈ ਬਾਣੀ ਗੁਰੂ ਜੀ ਵਿੱਚ ਫਰਮਾਇਆ ਹੈ ਕਿ ਇਹ ਜਿਹੜਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਣਾ ਕੋ ਸਾਂਝਾ। ਗੁਰਮੁਖ ਨਾਮ ਜਪੇ ਉਦਰੇ ਤੋ ਕਲ ਮੈਂ ਘਟ ਘਟ ਨਾਨਕ ਮੰਝ। ਭਾਈ ਇਹ ਸਮੱਸਿਆ ਮੇਰੀ ਤੁਹਾਡੀ ਸਭ ਦੀ ਸਾਂਝੀ ਸਮੱਸਿਆ। ਅਸੀਂ ਇਹਨਾਂ ਇੰਦਰੀਆਂ ਦੇ ਅਧੀਨ ਹੋ ਕਰਕੇ ਦੁਖੀ ਹੋ ਰਹੇ। ਜੇ ਇਹਨਾਂ ਇੰਦਰੀਆਂ ਨੂੰ ਅਸੀਂ ਕਾਬੂ ਵਿੱਚ ਕਰ ਲਈਏ, ਹੁਣ ਕਾਬੂ ਵਿੱਚ ਕਰਨ ਦਾ ਤਰੀਕਾ ਵੀ ਦੱਸਣ ਲੱਗੇ। ਕਹਿੰਦੇ ਬੋਲੇ ਸ਼ੇਖ ਫਰੀਦ। ਸ਼ੇਖ ਫਰੀਦ ਜੀ ਬੋਲ ਕੇ ਕਹਿੰਦੇ ਹਨ, ਸ਼ੇਖ ਫਰੀਦ ਜੀ ਪੁਕਾਰ ਕੇ ਕਹਿੰਦੇ ਹਨ, ਪਿਆਰੇ ਅੱਲਾ ਲੱਗੇ। ਇਹਨੂੰ ਆਮ ਪ੍ਰੇਮੀ ਅੱਲਾ ਬੋਲਦੇ ਨੇ। ਅੱਲਾ ਕੋਈ ਸ਼ਬਦ ਨਹੀਂ ਹੈਗਾ। ਇਹ ਐੜਾ ਲੱਲਾ ਹਾਹਾ ਤਿੰਨੇ ਮੁਕਤੇ ਹਨ, ਇਸ ਲਈ ਦਾ ਉਚਾਰਨ ਅੱਲਾਹ ਕਰਨਾ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ। ਹੇ ਮੇਰੇ ਪਿਆਰੇ, ਹੇ ਵੀਰ, ਹੇ ਸੱਜਣ, ਅੱਲਾ ਵਾਲੇ ਪਾਸੇ ਲੱਗ। ਬੰਦਾ ਕਹਿੰਦਾ ਜੀ ਕਿਉਂ, ਹੋਰ ਕੰਮ ਨਾ ਕਰਾਂ, ਖਾਣਾ ਪੀਣਾ ਛੱਡ ਦਿਆਂ? ਕਹਿੰਦੇ ਨਹੀਂ, ਇਹ ਗੱਲ ਯਾਦ ਰੱਖ। ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਇਹ ਸਰੀਰ ਇੱਕ ਦਿਨ ਖਾਕ ਮਿੱਟੀ ਹੋ ਜਾ। ਔਰ ਨਿਮਾਣੀ ਗੋਰ ਘਰੇ, ਗੋਰ ਕਹਿੰਦੇ ਨੇ ਕਬਰ ਨੂੰ, ਤੇ ਕਬਰ ਵਿੱਚ ਤੇਰਾ ਡੇਰਾ ਲੱਗ ਜਾ। ਯਾਦ ਰੱਖੋ, ਜਿਨ੍ਹਾਂ ਨੇ ਇਹ ਗੱਲ ਪੱਲੇ ਬੰਨ੍ਹ ਲਈ ਉਹ ਫਿਰ ਆਪਣਾ ਸਮਾਂ ਅਜਾਈ ਨਹੀਂ ਗਵਾਉਂਦੇ। ਤੋ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ। ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਇਸ ਤੇਰਾ ਸਰੀਰ, ਮੇਰਾ ਸਰੀਰ ਇੱਕ ਦਿਨ ਮਿੱਟੀ ਹੋ ਜਾਣਾ ਔਰ ਨਿਮਾਣੀ ਗੋਰ ਘਰ ਬਣਾ ਲਏਗਾ, ਕਬਰ ਵਿੱਚ ਡੇਰਾ ਲੱਗ ਜਾਣਾ। ਜਿਨ੍ਹਾਂ ਨੇ ਇਸ ਵਾਰਨਿੰਗ ਨੂੰ, ਇਸ ਹਲੂਣੇ ਨੂੰ ਯਾਦ ਕਰ ਲਿਆ, ਬਸ ਉਹ ਫਿਰ ਸਾਰੇ ਪਾਸਿਓਂ ਹਟ ਕੇ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਜਾਂਦੇ। ਤੋ ਆਜ ਮਿਲਾਵਾ ਸ਼ੇਖ ਫਰੀਦ ਤਾਕਿਮ ਕੂੰਜੜੀਆਂ ਮਨੋ ਮਚਿੰਦੜੀਆਂ। ਉਹ ਫਿਰ ਇਹਨਾਂ ਕੂੰਜੜੀਆਂ ਨੂੰ, ਇਹਨਾਂ ਇੰਦਰੀਆਂ ਨੂੰ ਕਾਬੂ ਕਰਦੇ। ਜਿਹੜੀਆਂ ਇੰਦਰੀਆਂ ਮਨ ਨੂੰ ਮਚਾਉਂਦੀਆਂ ਨੇ, ਮਨ ਨੂੰ ਦੜਾਉਂਦੀਆਂ ਨੇ, ਮਨ ਨੂੰ ਭਟਕਾਉਂਦੀਆਂ ਨੇ, ਫਿਰ ਰਹਾਉ ਦੀ ਪੰਗਤੀ ਤੋਂ ਅੱਗੇ ਫਰਮਾਉਂਦੇ ਨੇ, ਜੇ ਜਾਣਾ ਮਰ ਜਾਈਏ। ਬਸ ਅਸੀਂ ਜਾਣਦੇ ਨੇ, ਅਸੀਂ ਬੜੇ ਬੜੇ ਲੰਬੇ ਪ੍ਰੋਗਰਾਮ ਬਣਾਉਂਦੇ ਹਾਂ,
ਤੇ ਉਹਨਾਂ ਪ੍ਰੋਜੈਕਟਾਂ ਵਿੱਚ ਹੀ ਫਸੇ ਰਹੇ। ਪਰ ਭਗਤ ਜੀ ਕਹਿੰਦੇ ਨੇ ਜੇ ਜਾਣਾ ਮਰ ਜਾਈਏ, ਜੇ ਗੱਲ ਜਾਣ ਲਈਏ ਕਿ ਮਰ ਜਾਣਾ, ਘੁੰਮ ਨਾ ਆਈ ਹੈ, ਦੁਬਾਰਾ ਫਿਰ ਇਹ ਮਨੁੱਖਾ ਜਨਮ ਮਿਲਣਾ ਕਿ ਨਹੀਂ ਮਿਲਣਾ, ਭਾਵ ਇਸ ਮਨੁੱਖਾ ਜਨਮ ਨੂੰ ਫਿਰ ਪ੍ਰਾਪਤ ਨਹੀਂ ਕਰ ਸਕੇ, ਕਿਉਂਕਿ 84 ਲੱਖ ਯੂਨੀ ਤੋਂ ਭਟਕ ਕੇ ਫਿਰ ਮਨੁੱਖਾ ਜਨਮ ਪਤਾ ਨਹੀਂ ਕਦੋਂ ਵਾਰੀ ਆ। ਜੇ ਜਾਣਾ ਮਰ ਜਾਈ ਹੈ, ਘੁੰਮ ਨਾ ਆਈ ਹੈ, ਝੂਠੀ ਦੁਨੀਆ ਲੱਗ ਨਾ ਆਪ ਵੰਜਾਈ ਹੈ। ਫਿਰ ਇਸ ਝੂਠੀ ਨਾਸ਼ਵੰਤ ਦੁਨੀਆ ਦੇ ਨਾਲ ਲੱਗ ਕੇ ਆਪਣਾ ਆਪ ਕਿਉਂ ਗਵਾਈਏ। ਬਾਬਾ ਨਾਨਕ ਜੀ ਤੇ ਇਸੇ ਲਈ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ, ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਜੇ ਜਾਣਾ ਮਰ ਜਾਈਏ, ਘੁੰਮ ਨਾ ਆਈਏ, ਸੁਣਨਾ ਹੋਰ ਗੱਲ ਹੈ, ਸੁਣਾਉਣਾ ਹੋਰ ਗੱਲ ਹੈ, ਜਾਣਨਾ ਹੋਰ ਗੱਲ। ਜੇ ਜਾਣ ਲਈਏ, ਜੇ ਸਮਝ ਆ ਜਾਏ ਕਿ ਇੱਕ ਦਿਨ ਮਰ ਜਾ, ਜੇ ਜਾਣਾ ਮਰ ਜਾਈਏ, ਘੁੰਮ ਨਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਵੰਜਾਈ ਹੈ। ਫਿਰ ਇਸ ਝੂਠੀ ਦੁਨੀਆ ਦੇ ਨਾਲ ਲੱਗ ਕੇ ਆਪਣਾ ਜੀਵਨ ਕਿਉਂ ਗਵਾਈਏ, ਆਪਣਾ ਸਮਾਂ ਕਿਉਂ ਅਜਾਈ ਗਵਾਈ। ਪਤਾ ਨਹੀਂ ਕਿਤਨੇ ਬਚਨ ਬਾਣੀ ਵੀ ਸਾਨੂੰ ਇਸ ਤਰ੍ਹਾਂ ਦੇ ਸਮਝਾਏ ਤੇ ਅਸੀਂ ਪੜ੍ਹ ਕੇ ਨਿਕਲ ਜਾਂਦੇ ਹਾਂ, ਉਹਨਾਂ ਦਾ ਅਸਰ ਨਹੀਂ ਕਬੂਲਦੇ, ਵਿਚਾਰ ਨਹੀਂ ਕਰਦੇ। ਜੇ ਵਿਚਾਰ ਕਰ ਲਈਏ ਫਿਰ ਅਸੀਂ ਜਾਗ ਪਵਾਂਗੇ। ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਤੇ ਤਰਲੇ ਲੈ ਕੇ ਆਖਿਆ, ਹੇ ਵਾਹਿਗੁਰੂ ਕਿਰਪਾ ਕਰ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਉਹਨਾਂ ਨੇ ਹੁਜਤਾਂ ਨਹੀਂ ਕੀਤੀਆਂ, ਦਲੀਲਾਂ ਨਹੀਂ ਦਿੱਤੀਆਂ, ਆਖਿਆ ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤੀਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਮਨੇ ਅਬੋਲ, ਬਹੁਤ ਜਨਮ ਵਿਛੁਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਜਿਨ੍ਹਾਂ ਨੂੰ ਇਹ ਵਾਰਨਿੰਗ, ਇਹ ਸੂਚਨਾ ਪੁੜ ਗਈ, ਹਿਰਦੇ 'ਚ ਵਸ ਗਈ, ਉਹਨਾਂ ਆਖਿਆ ਫਿਰ ਭਗਤ ਜੀ ਦੱਸੋ ਕੀ ਕਰੀਏ। ਆਖਿਆ ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਹੁਣ ਸਾਡੇ ਸਾਰਿਆਂ ਲਈ ਇਹ ਉਪਦੇਸ਼ ਕਿਤਨਾ ਜ਼ਰੂਰੀ। ਭਾਈ ਜੇ ਜੀਵਨ ਨੂੰ ਸਫਲ ਕਰਨਾ, ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਬੋਲਣਾ ਤੇ ਹੈ ਪਰ ਸੱਚ ਬੋਲੋ। ਧਰਮ ਦੇ ਕੰਢੇ ਤੇ ਤੋਲ ਕੇ ਦੇਖੋ, ਜੋ ਅਸੀਂ ਕਰ ਰਹੇ ਹਾਂ ਕੀ ਇਹ ਕਰਨ ਵਾਸਤੇ ਆਏ। ਬਸ ਜਦੋਂ ਇਹ ਵਿਚਾਰ ਕਰਨ ਲੱਗ ਪਏ, ਇਹਨੂੰ ਕਹਿੰਦੇ ਨੇ ਸਵੈ ਪੜਚੋਲ। ਸਵੈ ਪੜਚੋਲ ਕੀਤੇ ਤੋਂ ਬਿਨਾਂ ਇਹ ਰਸਤਾ ਨਹੀਂ ਲੱਭ ਸਕਦਾ। ਅਸੀਂ ਦੂਜਿਆਂ ਦੇ ਔਗੁਣਾਂ ਦੀਆਂ ਲਿਸਟਾਂ ਬਣਾਈ ਫਿਰਦੇ ਹਾਂ, ਭਾਵੇਂ ਕਿੰਨੀਆਂ ਪੁੱਛ ਲਓ, ਪਰ ਜੇ ਆਪਣੇ ਔਗੁਣਾਂ ਦੀ ਗੱਲ ਕਰਨੀ ਪਵੇ ਫਿਰ ਅਸੀਂ ਚੁੱਪ ਕਰ ਜਾਂਦੇ। ਭਗਤ ਜੀ ਕਹਿੰਦੇ ਨੇ ਭਾਈ ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਐ। ਮੁਰੀਦ ਕਹਿੰਦੇ ਨੇ ਸ਼ਿਸ਼ ਬਣ ਕੇ, ਸੇਵਕ ਬਣ ਕੇ। ਜੋਲੀਆ ਦਾ ਮਤਲਬ ਜੁਲਣਾ ਕਰੀਏ, ਤੁਰਨਾ ਕਰੀਏ। ਜੋ ਗੁਰੂ ਵਾਟ ਦੱਸੇ, ਜਿਹੜਾ ਰਸਤਾ ਦੱਸੇ, ਇਹ ਹੈ ਸਵੈ ਪੜਚੋਲ ਦਾ ਮਾਰਗ। ਮੈਂ ਆਪਣੇ ਅੰਦਰ ਝਾਤ ਮਾਰਾਂ, ਤੁਸੀਂ ਆਪਣੇ ਅੰਦਰ ਝਾਤ ਮਾਰੋ, ਹੁਜਤਾਂ ਨਾ ਕਰੀਏ।
ਐਵੇਂ ਉਕਤੀਆਂ ਜੁਗਤੀਆਂ ਨਾਲ ਬਰੀ ਹੋਣ ਦਾ ਯਤਨ ਨਾ ਕਰੀ। ਜੋ ਗੁਰ ਦੱਸੇ ਵਾਟ ਮੁਰੀਦਾਂ ਜੋ ਲੀਐ। ਭਈ ਮੁਰੀਦਾਂ ਨੂੰ ਚਾਹੀਦਾ, ਸੇਵਕ ਬਣ ਕੇ ਚਾਹੀਦਾ ਕਿ ਉਸ ਰਸਤੇ ਤੇ ਤੁਰੀਏ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਜੋ ਗੁਰ ਦੱਸੈ ਵਾਟ ਮੁਰੀਦਾਂ ਜੋ ਲੀਐ। ਚੌਥੇ ਪਦ ਵਿੱਚ ਕਹਿੰਦੇ छैल लगन दे पार गोरी मन धीरिया। छैल छबीले सुंदर बांके जवान संत जन। ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲੇ, ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਦਿਆਂ ਵੇਖ ਕੇ ਇਸ ਜੀਵ ਰੂਪੀ ਗੋਰੀ ਕਮਜ਼ੋਰ ਮਨ ਇਸਤਰੀ ਦਾ ਮਨ ਧੀਰਜ ਵਿੱਚ ਆਉਂਦਾ ਕਿ ਮੈਂ ਵੀ ਇਸ ਰਾਹ ਤੇ ਚੱਲਾਂ, ਮੈਂ ਵੀ ਕਮਾਈ ਕਰਾਂ ਤੇ ਮੈਂ ਵੀ ਲੰਘ ਜਾਵਾਂਗਾ। छैल लगन दे पार ਗੋਰੀ ਮਨ ਧੀਰਿਆ। ਕੰਚਨ ਮੰਨੇ ਪਾਸੇ ਕਲਵਤ ਚੀਰਿਆ। ਤੇ ਜਿਨ੍ਹਾਂ ਨੇ ਸਿਮਰਨ ਦਾ ਰਾਹ ਛੱਡ ਕੇ, ਬੰਦਗੀ ਦਾ ਰਾਹ ਛੱਡ ਕੇ, ਸੱਚ ਦਾ ਰਾਹ ਛੱਡ ਕੇ, ਧਰਮ ਦਾ ਰਾਹ ਛੱਡ ਕੇ ਸਿਰਫ ਸੋਨਾ ਚਾਂਦੀ ਤੇ ਇਹਨਾਂ ਪਦਾਰਥਾਂ ਨੂੰ ਇਕੱਠੇ ਕੀਤਾ, ਉਹਨਾਂ ਦਾ ਨਤੀਜਾ ਕੀ ਲੱਗੇਗਾ? ਉਹ ਕਲਵੱਤਰ ਨਾਲ ਚੀਰੇ ਜਾਣਗੇ, ਭਾਵ ਜਮਾਂ ਦੀ ਮਾਰ ਸਹਿਣੀ ਪਵੇ। ਫਿਰ ਪੰਜਵੇਂ ਪਦ ਵਿੱਚ ਭਗਤ ਜੀ ਕਹਿੰਦੇ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ। ਸ਼ੇਖ ਫਰੀਦ ਜੀ ਕਹਿੰਦੇ ਨੇ ਭਾਈ ਇਸ ਜਗਤ ਦੇ ਅੰਦਰ ਜਗ ਦੇ ਗੱਗੇ ਨੂੰ ਸਿਹਾਰੀ ਹੈ, ਕੋਈ ਸਦਾ ਲਈ ਇੱਥੇ ਨਹੀਂ ਰਹੇ। ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਜਿਸ ਸਥਾਨ ਤੇ, ਜਿਸ ਪਦਵੀ ਤੇ, ਜਿਸ ਟਿਕਾਣੇ ਤੇ ਅਸੀਂ ਅੱਜ ਬੈਠੇ ਹਾਂ, ਸਾਡੇ ਤੋਂ ਪਹਿਲਾਂ ਕਈ ਬਹਿ ਬਹਿ ਕੇ ਚਲੇ ਗਏ ਨੇ। ਇਹ ਨਿਸ਼ਚਿਤ ਗੱਲ ਹੈ ਕਿ ਸਦਾ ਨਹੀਂ ਰਹਿਣਾ। ਹੁਣ ਮਿਸਾਲਾਂ ਦੇ ਕੇ ਸਮਝਾਉਂਦੇ ਨੇ। ਕਤਕ ਕੂੰਜਾਂ ਚੇਤ ਡਾਉ ਸਾਵਣ ਬਿਜੁਲੀਆਂ। ਕੱਤਕ ਦੇ ਮਹੀਨੇ ਵਿੱਚ ਕੂੰਜਾਂ ਆਪਣਾ ਟਿਕਾਣਾ ਛੱਡ ਕੇ ਕੁਝ ਸਮੇਂ ਲਈ ਦੂਜੀ ਜਗ੍ਹਾ ਜਾਂਦੀ। ਇਸੇ ਤਰ੍ਹਾਂ ਚੇਤਰ ਦੇ ਮਹੀਨੇ ਵਿੱਚ ਜੰਗਲਾਂ ਦੇ ਅੰਦਰ ਬਾਂਸ ਆਪਸ ਵਿੱਚ ਕਸਰ ਖਾ ਕੇ ਅੱਗਾਂ ਲੱਗਦੀਆਂ। ਸਾਵਣ ਦੇ ਮਹੀਨੇ ਵਿੱਚ ਬਿਜਲੀਆਂ ਚਮਕਦੀਆਂ ਨੇ ਔਰ ਸਿਆਲੇ ਮੰਗਰ ਪੋਹ ਦੇ ਮਹੀਨਿਆਂ ਵਿੱਚ ਇਸਤਰੀਆਂ ਆਪਣੇ ਪਤੀ ਦੇ ਗਲ ਲੱਗ ਕੇ ਸੌਂਦੀਆਂ ਨੇ। ਕਹਿਣ ਦਾ ਮਤਲਬ ਇਹ ਮਿਸਾਲਾਂ ਦਿੱਤੀਆਂ, ਇਹ ਸਦੀਵੀ ਨਹੀਂ ਹੈਗਾ, ਇਹ ਸਭ ਟੈਂਪਰੇਰੀ ਹੈ, ਛਿਨ ਭੰਗਰ ਹੈ, ਥੋੜੇ ਸਮੇਂ ਲਈ ਹੈ। ਕੱਤਕ ਕੂੰਜਾਂ ਚੇਤ ਡਾਉ ਸਾਵਣ ਬਿਜੁਲੀਆਂ। ਸਿਆਲੇ ਸੋਹੰਦੀਆਂ ਫਿਰ ਗਲ ਬਾਹੜੀਆਂ। ਚੱਲੇ ਚੱਲਣ ਹਾਰ ਵਿਚਾਰਾ ਰੇ ਮਨੋ। ਆਖਿਆ ਤੁਰੇ ਜਾ ਰਹੇ ਹਨ ਇਹ ਨਾਸ਼ਵੰਤ ਜੀਵ। ਸਾਡੇ ਦੇਖਦਿਆਂ ਸਾਡੀਆਂ ਅੱਖਾਂ ਦੇ ਸਾਹਮਣੇ ਕਿਤਨੇ ਚਲੇ ਗਏ ਨੇ, ਕੀ ਅਸੀਂ ਬੈਠੇ ਰਹਿਣਾ? ਆਖਿਆ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ। ਆਪਣੇ ਮਨ ਵਿੱਚ ਵਿਚਾਰ ਕੇ ਦੇਖੋ ਤਥਾ ਕਈ ਤਰ੍ਹਾਂ ਦੇ ਖਿਆਲ ਲੈ ਕੇ ਤੁਰੇ ਜਾ ਰਹੇ। ਫਿਰ ਭਗਤ ਜੀ ਕਹਿੰਦੇ ਨੇ ਗੰਢੇਂਦਿਆਂ 6 ਮਾਹ ਤੁੜੰਦਿਆਂ ਹਿੱਕ ਖਿਨੋ। ਮਾਤਾ ਦੇ ਗਰਭ ਵਿੱਚ ਇਸ ਜੀਵ ਦੀ ਹੋਂਦ ਬਣਦਿਆਂ, ਇਹਦੇ ਨੱਕ ਮੂੰਹ ਅੰਗ ਪਤੰਗ ਬਣਦਿਆਂ 6 ਮਹੀਨੇ ਦਾ ਸਮਾਂ ਲੱਗ ਜਾਂਦਾ। ਪਰ ਜਦੋਂ ਇਹ ਟੁੱਟਣ ਤੇ ਆਉਂਦਾ, ਹਿੱਕ ਖਿਨੋ ਅੱਖ ਫਰਕਣ ਦੇ ਸਮੇਂ ਵਿੱਚ ਟੁੱਟ ਜਾਂਦਾ, ਵਿਛੜ ਜਾਂਦਾ, ਖਤਮ ਹੋ ਜਾਂਦਾ। ਗੰਢੇਂਦਿਆਂ 6 ਮਾਹ ਤੁੜੰਦਿਆਂ ਹਿੱਕ ਖਿਨੋ। ਜ਼ਿਮੀ ਪੁੱਛੈ ਅਸਮਾਨ ਫਰੀਦਾ ਖੇਵਟ ਕਿੰਨ ਗਏ। ਧਰਤੀ ਆਸਮਾਨ ਨੂੰ ਪੁੱਛਦੀ, ਇਹ ਦੱਸ ਉਹ ਖੇਵਟ, ਉਹ ਮਲਾਹ, ਉਹ ਆਗੂ, ਉਹ ਰਸਤੇ ਦੱਸਣ ਵਾਲੇ ਕਿੱਥੇ ਚਲੇ ਗਏ? ਅੱਗੋਂ ਕੀ ਜਵਾਬ ਮਿਲਦਾ? ਜਾਲਣ ਗੋਰਾ ਨਾਲ ਉਲਾਮੇ ਜੀ ਸਹਿ।
ਗੋਰਾਂ ਦੇ ਵਿੱਚ ਕਬਰਾਂ 'ਚ ਪਏ ਹੋਏ। ਔਰ ਜਿਹੜਾ ਜੀ ਹੈ ਉਹ ਮੰਦੇ ਚੰਗੇ ਕੀਤੇ ਹੋਏ ਕੰਮਾਂ ਤੇ ਉਲਾਂਭੇ ਸਹਿੰਦਾ। ਇਸੇ ਲਈ ਪਾਤਸ਼ਾਹ ਰੋਜ਼ ਕਹਿੰਦੇ ਨੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੋ ਗੱਲ ਕੀ ਫਰੀਦ ਜੀ ਨੇ ਸਾਨੂੰ ਆਵਾਜ਼ ਮਾਰ ਕੇ ਕਿਹਾ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।